ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਨਜ਼ਰ ਮਾਰੀਦੀ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਪਾਇਓ ਚਾਨਣਾ। ਅੱਜ ਭਾਈ ਰਾਜੋਆਣਾ ਹੋਣਾ ਦੇ ਵੱਲੋਂ ਇੱਕ ਚਿੱਠੀ ਆਈ ਹੈ। ਚਿੱਠੀ ਕਾਹਦੀ? ਬੰਬਈ ਹੈ। ਪਾਇਓ ਜ਼ਰਾ ਚਾਨਣਾ। ਬਿਲਕੁਲ ਇਸ ਵੇਲੇ ਚਰਚਾ ਕਾਫੀ ਹੈ। ਜੇ ਆਪਾਂ ਦੇਖੀਏ ਗੁਰਪ੍ਰੀਤ, ਇਸ ਦਿਨ ਦੀ ਇਹ ਵੀ ਇੱਕ ਵੱਡੀ ਖਬਰ ਬਣ ਜਾਂਦੀ ਹੈ। ਗੱਲ ਇਹ ਹੈ ਕਿ ਇਸ ਵੇਲੇ ਦੇ ਵਿੱਚ ਜੇ ਆਪਾਂ ਪੰਥਕ ਰਾਜਨੀਤੀ ਨੂੰ ਦੇਖੀਏ ਤਾਂ ਇਸ ਵੇਲੇ ਅਕਾਲੀ ਦਲ ਬਾਦਲ ਨੂੰ ਜੇ ਸਭ ਤੋਂ ਵੱਡਾ ਪੰਥਕ ਤੌਰ ਤੇ ਕੋਈ ਖਤਰਾ ਹੈ, ਕਿਉਂਕਿ ਸਿਮਰਨਜੀਤ ਸਿੰਘ ਮਾਨ ਲੰਮਾ ਸਮਾਂ ਉਹਨਾਂ ਦੇ ਨਾਲ ਅੜ ਕੇ ਰਾਜਨੀਤੀ ਕਰਦੇ ਰਹੇ, ਪਰ ਉਹਨਾਂ ਦਾ ਇੰਨਾ ਸ਼ਾਇਦ ਇਹਨਾਂ ਨੂੰ ਇੰਨਾ ਥ੍ਰੈਟ ਨਹੀਂ ਸੀ ਰਿਹਾ ਕਦੇ ਜਿੰਨਾ ਅਮਰਤਪਾਲ ਸਿੰਘ ਜਾਂ ਕਹਿ ਲਓ ਕਿ ਉਹਨਾਂ ਦੇ ਸਾਥੀਆਂ ਤੋਂ ਹੈ। ਇਹ ਇੱਕ ਫੈਕਟ ਹੈ ਕਿਉਂਕਿ ਜਿੰਨਾ ਅਮਰਤਪਾਲ ਸਿੰਘ ਹੋਰਾਂ ਦਾ ਵਾਰ ਹੋਏਗਾ ਉਨਾ ਹੀ ਅਕਾਲੀ ਦਲ ਬਾਦਲ ਕਮਜ਼ੋਰ ਹੁੰਦਾ ਜਾਏਗਾ ਜੀ। ਤੇ ਇਸੇ ਦੇ ਚਲਦੇ ਆ। ਹੁਣ ਜੇ ਉਹ ਲੈਟਰ ਦੇਖੋਗੇ, ਕਾਫੀ ਲੰਬਾ ਲੈਟਰ ਆ। ਮੈਂ ਉਹਨੂੰ ਸਾਰਾ ਜੇ ਪੜ੍ਹਨਾ ਹੋਵੇ ਜਾਂ ਦੱਸਣਾ ਹੋਵੇ ਤਾਂ ਕਾਫੀ ਟਾਈਮ ਲੱਗਦਾ ਹੈ। ਪਹਿਲੀ ਗੱਲ ਇਹ ਆ ਕਿ ਕੁਝ ਆਵਾਜ਼ਾਂ ਉੱਠੀਆਂ ਕਿਉਂਕਿ ਇਹ ਬਹੁਤ ਘੰਟੇ ਪਹਿਲਾਂ ਆਇਆ ਹੈ। ਤੁਹਾਨੂੰ ਪਤਾ ਬਹੁਤ ਵੱਡੀ ਖਬਰ ਬਣਿਆ ਰਿਹਾ। ਲਗਭਗ ਦੁਪਹਿਰੇ ਆ ਗਿਆ ਸੀਗਾ। ਤਾਂ ਇੱਕ ਇਹਦੇ ਨਾਲ ਆਪਾਂ ਚੀਜ਼ ਜੋੜ ਕੇ ਦੇਖ ਸਕਦੇ ਹਾਂ ਕਿ ਜੋ ਰਾਜੋਆਣਾ ਦੇ ਭੈਣ ਜੀ ਆ, ਉਹਨਾਂ ਦੇ ਪਤੀ ਜਿਹੜੇ ਬਲਜੀਤ ਸਿੰਘ ਆ, ਉਹਨਾਂ ਨੇ ਇਸ ਚਿੱਠੀ ਵਾਲੀ ਖਬਰ ਨੂੰ ਸ਼ੇਅਰ ਕੀਤਾ ਹੋਇਆ ਹੈ। ਤਾਂ ਇਹਦਾ ਮਤਲਬ ਕਿ ਜੋ ਇੱਕ ਆਵਾਜ਼ ਕਿਤੇ ਨਾ ਕਿਤੇ ਕਹਿ ਲਓ ਉੱਠਦੀ ਹੈ ਕਿ ਫੇਕ ਹੋ ਸਕਦਾ ਲੈਟਰ, ਤਾਂ ਇਹ ਚੀਜ਼ ਉਸ ਗੱਲ ਦਾ ਸ਼ਾਇਦ ਜਵਾਬ ਹੈ। ਪਰ ਜੇ ਚਿੱਠੀ ਦੇ ਮਜ਼ਮੂਨ ਨੂੰ ਦੇਖੋਗੇ ਤੁਸੀਂ ਤਾਂ ਉਹ ਸੁਖਬੀਰ ਸਿੰਘ ਬਾਦਲ ਦੇ ਹਮਲਾ ਜਿਹੜਾ ਹੋਇਆ ਉਹਦੇ ਮੁਤਲਕ ਗੱਲ ਕਰਦੀ ਹੈ, ਤਾਂ ਉਹਦੇ ਵਿੱਚ ਉਹ ਇਸ ਚੀਜ਼ ਦੀ ਨਿਖੇਧੀ ਹੈ। ਫਿਰ ਇਹ ਤੋਂ ਇਲਾਵਾ ਜੇ ਆਪਾਂ ਵੇਖੀਏ ਸਭ ਤੋਂ ਵੱਡਾ ਤੇ ਸਭ ਤੋਂ ਜਿਹੜਾ ਇਸ ਵੇਲੇ ਪੱਖਵਾ ਹੈ ਉਹ ਇੱਕ ਇਸ ਲੈਟਰ ਦਾ ਪਹਿਰਾ ਹੈ, ਜਿਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਅਸਿੱਧੇ ਢੰਗ ਦੇ ਨਾਲ ਨਾ ਲੈ ਕੇ ਟਾਰਗੇਟ ਤੇ ਸ਼ਾਇਦ ਲਿਆ ਹੈ MP ਅਮਰਤਪਾਲ ਸਿੰਘ ਤੇ ਦੀਪ ਸਿੱਧੂ ਨੂੰ। ਉਹ ਬਸ ਉਹੀ ਵੱਡੀ ਖਬਰ ਬਣ ਗਿਆ। ਜੇ ਤੁਸੀਂ ਉਹ ਲੈਟਰ ਦੇਖੋਗੇ ਸੱਜ ਨਾਲ ਤਾਂ ਉਹਦੇ ਵਿੱਚ ਇੱਕ ਪਹਿਰਾ ਹੈ ਜਿਹਦੇ ਵਿੱਚ ਉਹ ਲਿਖਦੇ ਆ ਕਿ ਖਾਲਸਾ ਜੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਤੇ ਤੋਪਾਂ ਨਾਲ ਟਟੇਰੀ ਤਾਂ ਕਾਂਗਰਸ ਨੇ ਕੀਤਾ ਸੀ। ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਤਾਂ ਕਾਂਗਰਸ ਨੇ ਕੀਤਾ ਸੀ, ਪਰ ਕਤਲ ਅਕਾਲੀ ਦਲ ਦੇ ਆਗੂਆਂ ਦਾ ਹੁੰਦਾ ਰਿਹਾ। ਪੰਜਾਬ ਦੀ ਉਸ ਪਵਿੱਤਰ ਧਰਤੀ ਤੇ ਸਾਜ਼ਿਸ਼ਾਂ ਪਹਿਲਾਂ ਤੋਂ ਹੀ ਹੁੰਦੀਆਂ ਹਨ। ਪੰਥ ਪ੍ਰਸਤ ਲੋਕਾਂ ਨੂੰ ਪੰਥ ਵਿਰੋਧੀ ਅਤੇ ਪੰਥ ਵਿਰੋਧੀਆਂ ਨੂੰ ਪੰਥ ਪ੍ਰਸਤ ਬਣਾਉਣ ਲਈ ਸਿੱਖ ਵਿਰੋਧੀ ਏਜੰਸੀਆਂ ਵਿਕਾਊ ਕਲਮਾਂ ਨੂੰ ਖਰੀਦ ਕੇ ਝੂਠੀਆਂ ਕਿਤਾਬਾਂ ਤੇ ਮੈਗਜ਼ੀਨਾਂ ਛੁਪਾ ਕੇ ਇਹ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ। ਭੂੰਡ ਆਸ਼ਕਾਂ ਦੇ ਚੋਲੇ ਪਵਾ ਕੇ, ਬਸ ਆਹ ਲਾਈਨਾਂ ਤੇ ਗੌਰ ਕਰਿਓ, ਭੂੰਡ ਆਸ਼ਕਾਂ ਦੇ ਚੋਲੇ ਪਵਾ ਕੇ ਉਹਨਾਂ ਨੂੰ ਸੰਤ ਬਣਾਉਣਾ, ਆਪਣੀ ਮਹਿਲਾ ਮਿੱਤਰ ਨਾਲ ਸ਼ਰਾਬ ਪੀ ਕੇ ਐਸ਼ ਪ੍ਰਸਤੀ ਕਰ ਰਹੇ ਵਿਅਕਤੀ ਦੀ ਐਕਸੀਡੈਂਟ ਵਿੱਚ ਹੋਈ ਮੌਤ ਨੂੰ ਕੌਮੀ ਸ਼ਹਾਦਤ ਬਣਾਉਣਾ ਅਤੇ ਇਹਨਾਂ ਦੀਆਂ ਫੋਟੋਆਂ ਨੂੰ ਕੌਮੀ ਸ਼ਹੀਦਾਂ ਦੇ ਬਰਾਬਰ ਲਾ ਕੇ ਖਾਲਸਾ ਪੰਥ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ
ਇਹਨਾਂ ਹੀ ਸਾਜ਼ਿਸ਼ਾਂ ਦੀ ਅਗਲੀ ਕੜੀ ਆ ਖਾਲਸਾ ਪੰਥ ਨੂੰ ਇਹਨਾਂ ਸਾਜ਼ਿਸ਼ਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਤਾਂ ਗੁਰਪ੍ਰੀਤ, ਇਸ ਚਿੱਠੀ ਦਾ ਇਹ ਜਿਹੜਾ ਪਹਿਰਾ ਸੀਗਾ, ਇਸ ਪਹਿਰੇ ਤੇ ਫਿਰ ਜੇ ਤੁਸੀਂ ਦੇਖੋਗੇ ਤਾਂ ਖਬਰਾਂ ਬਣੀਆਂ, ਬਹੁਤ ਇਹਦੇ ਤੇ ਚਰਚਾਵਾਂ ਹੋਈਆਂ। ਤਾਂ ਗੱਲ ਇਹ ਆ ਕਿ ਇਸ ਲੈਟਰ ਸਟ੍ਰੋਕ ਦਾ ਜਾਂ ਲੈਟਰ ਬੰਬ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਹਦੀ ਟਾਈਮਿੰਗ, ਜਿਵੇਂ ਆਪਾਂ ਗੱਲ ਕਰ ਹੀ ਲਈ ਆ ਕਿ ਜੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹ ਜਾਨਲੇਵਾ ਹਮਲਾ ਜਾਂ ਉਹਦੇ ਤੇ ਜਿਸ ਤਰ੍ਹਾਂ ਦੀ ਨਖੇਦੀ, ਉਹ ਸਾਰਾ ਕੁਝ ਟਾਈਮਿੰਗ, ਉਸ ਤੋਂ ਇਲਾਵਾ ਅਸਿੱਧੇ ਢੰਗ ਨਾਲ ਅਮਰਤਪਾਲ ਸਿੰਘ ਤੇ ਦੀਪ ਸਿੱਧੂ ਨੂੰ ਕਹਿਣਾ, ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇਸ ਗੱਲ ਦਾ ਦਮ ਭਰਦੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਥਕ ਰਾਜਨੀਤੀ 'ਚ ਆਪਣਾ ਗਲਬਾ, ਆਪਣੀ ਕਹਿ ਲਓ ਕਿ ਤਾਕਤ ਜਿਹੜੀ ਹੈ, ਉਹਦਾ ਜ਼ੋਰਦਾਰ ਪ੍ਰਦਰਸ਼ਨ ਕਰਨ ਦੀ ਇਹ ਦੌੜ ਤੇਜ਼ ਹੋਏਗੀ। ਹੁਣ ਵੈਸੇ ਤੇ ਦੇਖੋ, ਅਜੇ ਤੱਕ ਇਧਰੋਂ ਕੋਈ ਅਮਰਤਪਾਲ ਸਿੰਘ ਦੀ ਧਿਰ ਵੱਲੋਂ ਕੋਈ ਜ਼ਿਆਦਾ ਤਗੜਾ ਰਿਐਕਸ਼ਨ ਨਹੀਂ ਆਇਆ। ਅੱਛਾ, ਇਹਦੇ 'ਚ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਆ ਕਿ ਇਹਨਾਂ ਦਾ ਆਈਟੀ ਸੈੱਲ, ਤੁਹਾਨੂੰ ਪਤਾ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਵਾਲਿਆਂ ਦਾ ਕਾਫੀ ਮਜ਼ਬੂਤ ਹੈ, ਪਰ ਉਹਨਾਂ ਨੇ ਵੀ ਹੁਣ ਤੱਕ ਸੰਜਮ ਨਾਲ ਹੀ ਕੰਮ ਲਿਆ। ਇਹ ਇੱਕ ਜੀ ਇੰਟਰਸਟਿੰਗ ਚੀਜ਼ ਆ ਕਿ ਬਲਵੰਤ ਸਿੰਘ ਰਾਜੋਆਣਾ, ਤੁਹਾਨੂੰ ਪਤਾ ਹੈ ਕਿ ਉਹ ਵੀ ਬਹੁਤ ਵੱਡਾ ਨਾਮ ਹੈ। ਤਾਂ ਇਸ ਕਰਕੇ ਹਾਲ ਫਿਲਹਾਲ ਇੰਨਾ ਜ਼ਿਆਦਾ, ਜਿਵੇਂ ਆਪਾਂ ਵੇਖਦੇ ਹੁੰਦੇ ਆ ਕਿ ਸ਼ਬਦਾਂ ਦੀ ਮਰਿਆਦਾ ਉਲੰਘ ਕੇ ਕਈ ਵਾਰ ਤਾਬੜਤੋੜ ਹੱਲੇ ਕੀਤੇ ਜਾਂਦੇ, ਅਜਿਹਾ ਵੇਖਣ ਨੂੰ ਨਹੀਂ ਮਿਲਿਆ। ਪਰ ਇਸ ਲੈਟਰ ਬੰਬ ਦੀ ਬਹੁਤ ਚਰਚਾ ਹੋ ਰਹੀ ਹੈ ਅੱਜ। ਜੀ, ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਗਿਆਨੀ ਰਘਵੀਰ ਸਿੰਘ ਹੁਣਾਂ ਦੇ ਘਰ ਦੇ ਉੱਪਰ ਵੀ ਫਾਇਰਿੰਗ ਦੀ ਖਬਰ ਹੈ। ਕਹਿੰਦੇ ਦੇਰ ਰਾਤ ਫਾਇਰਿੰਗ ਹੋਈ ਸੀਗੀ, ਪਰ ਉਸ ਦਾ ਰਾਤ ਸਮੇਂ ਉਨਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਗਵਾਂਢ 'ਚ ਸ਼ਾਇਦ ਵਿਆਹ ਸੀਗਾ ਕੱਲ, ਤੇ ਉਸ ਤੋਂ ਬਾਅਦ ਭਲਕੇ ਜਦੋਂ ਸ਼ਰ੍ਹਾ ਮਿਲਦਾ ਫਿਰ ਪਤਾ ਲੱਗਦਾ ਵੀ ਭਾਈ ਗੋਲੀ ਚੱਲੀ ਹੈ ਤੇ ਖਬਰ ਬਣਦੀ ਹੈ। ਇਹ ਚੱਲੀ ਕੀ ਜਾਂਦਾ ਹੈ ਜੀ ਪੰਜਾਬ 'ਚ? ਦੱਸਦੇ ਕਿ ਉਹਨਾਂ ਦੀ ਜਿਹੜੀ ਗੱਡੀ ਆ, ਉਹਦੇ ਬੋਨਟ ਦੇ ਵਿੱਚ ਇੱਕ ਕੋਈ ਨਿਸ਼ਾਨ ਹੈ, ਤੇ ਇਸ ਤੋਂ ਇਲਾਵਾ ਉੱਥੋਂ ਕੋਲੋਂ ਖੋਲ ਫੜਿਆ ਗਿਆ। ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਨਜ਼ਦੀਕ ਸ਼ਾਦੀ ਵੀ ਸੀਗੀ, ਵੈਸੇ ਪੁਲਿਸ ਵਾਲੇ ਵੀ ਕਹਿ ਰਹੇ ਆ ਕਿ ਬੁਲਟ ਏਦਾਂ ਲੱਗਦਾ ਕਿ ਉੱਤੋਂ ਹੇਠਾਂ ਨੂੰ ਆਇਆ। ਜੀ, ਤਾਂ ਗੱਲ ਇਹ ਆ ਕਿ ਜੇ ਸ਼ਾਦੀ ਵੀ ਸੀ ਗੁਰਪ੍ਰੀਤ, ਤਾਂ ਕੀ ਫਾਇਰਿੰਗ ਜਿਹੜੀ ਉਹ ਜਾਇਜ਼ ਹੈ? ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਫਾਇਰਿੰਗ ਤੇ ਵਿਆਹਾਂ ਸ਼ਾਦੀਆਂ 'ਚ ਬੰਦ ਹੈ। ਇਹਦਾ ਮਤਲਬ ਹੈ ਜੀ, ਕਿ ਫਾਇਰਿੰਗ ਵਾਲੀਆਂ ਘਟਨਾਵਾਂ ਜਿਹੜੀਆਂ ਉਹ ਹੋ ਰਹੀਆਂ ਨੇ। ਤਾਂ ਅਸਲ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਅੱਜ ਗਿਆਨੀ ਜੀ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਆ ਕਿ ਉਹਨਾਂ ਦੇ ਕਾਫਲੇ 'ਚ ਇੱਕ ਦੋ ਵਾਰੀ ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਆ, ਕਹਿੰਦੇ ਨੇ ਕਿ ਭਾਈ ਕਾਫਲੇ 'ਚ ਗੱਡੀ ਵਾੜਨ ਦਾ ਯਤਨ ਹੋਇਆ, ਜਾਂ ਨਾਲ ਇਹ ਵੀ ਕਹਿੰਦੇ ਨੇ ਕਿ ਕੋਈ ਵੈਸੇ ਥ੍ਰੈਟ ਡਾਇਰੈਕਟਲੀ ਨਹੀਂ ਹੈ, ਪਰ ਹੁਣ ਪੁਲਿਸ ਨੂੰ ਗੰਭੀਰਤਾ ਨਾਲ ਇਹ ਚੀਜ਼ ਲੈਣ ਦੀ ਜ਼ਰੂਰਤ ਹੈ। ਪੁਲਿਸ ਨੇ ਗੰਭੀਰਤਾ ਨਾਲ ਇਸ ਨੂੰ ਲਿਆ ਵੀ ਆ। ਹਰਮਨਵੀਰ ਸਿੰਘ ਗਿੱਲ ਇਸ ਵੇਲੇ ਜਿਹੜੇ ਸੀਪੀ ਦਾ ਚਾਰਜ ਲੈ ਕੇ ਵੀ ਚੱਲ ਰਹੇ ਨੇ, ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਕ ਸਕੂਟਰ ਵਾਲਾ ਜਿਹੜਾ ਕਿ ਸ਼ੱਕੀ ਹਾਲਤ 'ਚ ਜਾਂਦਾ ਦੇਖਿਆ ਗਿਆ, ਉਸ ਨੂੰ ਅਸੀਂ ਜਲਦੀ ਟਰੇਸ ਕਰਾਂਗੇ, ਤੇ ਜਦੋਂ ਤੱਕ ਗਿਆਨੀ ਜੀ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਕਿਸੇ ਨੂੰ ਛੱਡਾਂਗੇ ਵੀ ਨਹੀਂ, ਤਸੱਲੀ ਕਰਾ ਕੇ ਛੱਡਾਂਗੇ। ਤਾਂ ਦੇਖੋ, ਇਹ ਘਟਨਾ ਹੁਣ ਵੇਖਣ ਵਾਲੀ ਗੱਲ ਹੈ ਕਿ ਅੰਜਾਮ ਦਿੱਤੀ ਗਈ ਹੈ ਜਾਂ ਵਾਕਿਆ ਕੋਈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਚਨਚੇਤੀ ਗੋਲੀ ਚੱਲੀ ਹੈ ਜਿਹੜੀ ਉਹ ਲੱਗੀ ਆ। ਵੈਸੇ ਇਹਨਾਂ ਨੂੰ ਪਤਾ ਨਹੀਂ ਲੱਗਾ, ਪਤਾ ਡਰਾਈਵਰ ਨੂੰ ਲੱਗਿਆ ਜਦੋਂ ਗੱਡੀ ਸਾਫ਼ ਕਰ ਰਿਹਾ ਸੀਗਾ, ਤਾਂ ਉਸ ਵੇਲੇ ਉਸਨੇ ਜਦੋਂ ਦੇਖਿਆ ਤਾਂ ਫਿਰ ਉੱਥੋਂ ਰੌਲਾ ਪੈਣਾ ਸਟਾਰਟ ਹੋਇਆ। ਇਹਦਾ ਮਤਲਬ ਹੈ ਕਿ ਇਹ ਜਿਹੜੀ ਬੀਤੀ ਰਾਤ ਦੀ ਗੱਲ ਨਹੀਂ ਹੋ ਸਕਦੀ, ਇਹ ਦਰਅਸਲ 12 ਤੋਂ 13 ਦੀ ਜਿਹੜੀ ਰਾਤ ਆ ਉਹਦੇ ਵਿਚਾਲੇ ਦੀ ਘਟਨਾ ਹੋ ਸਕਦੀ ਹੈ। ਤੇ ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਗਿਆਨੀ ਜੀ ਸਹਿਮੇ ਹੋਏ ਸਨ, ਗਿਆਨੀ ਰਘਵੀਰ ਸਿੰਘ ਤੁਸੀਂ ਦੇਖਿਆ ਹੋਣਾ ਕਾਫੀ ਉਹ ਸਟ੍ਰੈਸ ਦੇ ਵਿੱਚ ਨਜ਼ਰ ਆ ਰਹੇ ਸਨ। ਤਾਂ ਇਹੀ ਗੱਲ ਅਸੀਂ ਕਹਿੰਦੇ ਆ ਕਿ ਤੁਸੀਂ ਕਹਿ ਰਹੇ ਹੋ ਜੀ ਕਿ ਏਦਾਂ ਕੌਮ ਦਾ ਰੋਹ ਹੈ, ਫਲਾਂ ਟਮਕਾ, ਤਾਂ ਉਹ ਤੁਹਾਡੇ ਇਸ ਤਰ੍ਹਾਂ ਦੇ ਕਿਸੇ ਹਮਲੇ ਨੂੰ ਵੀ ਕੋਈ ਇਹ ਕਹਿ ਸਕਦਾ ਕਿ ਫਲਾਣੇ ਦਾ ਰੋਹ ਹੈ? ਤਾਂ ਅਸੀਂ ਇਹੀ ਗੱਲ ਕਹਿੰਦੇ ਆ ਕਿ ਰੋਹ ਹੈ ਤਾਂ ਠੀਕ ਆ, ਉਸ ਨੂੰ ਜੋ ਲੋਕਤਾਂਤਰਿਕ ਤਾਕਤਾਂ ਨੇ ਸਾਡੇ ਕੋਲ ਉਹਦੇ ਢੰਗ ਨਾਲ ਕੱਢੀਏ ਤਾਂ ਬਿਹਤਰ ਹੈ। ਡਿਬੇਟ ਜੀ, ਕੀਤੇ ਜਾ ਸਕਦੇ, ਕਾਨੂੰਨੀ ਲੜਾਈ ਕੀਤੀ ਜਾ ਸਕਦੀ ਹੈ, ਉਹ ਸਾਰੀਆਂ ਚੀਜ਼ਾਂ ਆਪਦੀ ਜਗ੍ਹਾ, ਤੁਹਾਡੀ ਰਾਜਨੀਤਿਕ ਲੜਾਈ ਵੀ ਹੈ। ਪਰ ਕਿਸੇ ਤੇ ਵੀ, ਚਾਹੇ ਉਹ ਤੁਹਾਡੇ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ, ਚਾਹੇ ਕਿਸੇ ਹੋਰ ਤੇ, ਅਸੀਂ ਇਹ ਕਹਿੰਦੇ ਆ, ਅਸੀਂ ਇਹ ਚਾਹੁੰਦੇ ਆ
ਕਿ ਸਾਰੀਆਂ ਸ਼ਖਸੀਅਤਾਂ ਚਾਹੇ ਰਾਜਨੀਤਿਕ ਨੇ ਚਾਹੇ ਉਹ ਧਾਰਮਿਕ ਨੇ ਆਪੋ ਆਪਣੇ ਕਾਰਜ ਕਰਨ ਤੇ ਸ਼ਾਂਤਮਈ ਢੰਗ ਦੇ ਨਾਲ ਉਹ ਵੀ ਰਹਿਣ ਤੇ ਦੂਜੇ ਵੀ ਰਹਿਣ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉਧਰ ਸੁਖਬੀਰ ਬਾਦਲ ਹੁਣੀ ਡਿਸਚਾਰਜ ਕੀਤੇ ਗਏ ਨੇ ਹਸਪਤਾਲ ਤੋਂ। ਵੈਸੇ ਮੈਦਾਨਤਾ ਸ਼ਾਇਦ ਲਿਆਂਦਾ ਗਿਆ ਸੀ ਗੁੜਗਾਉਂ ਉਹਨਾਂ ਨੂੰ। ਹਾਂਜੀ, ਇਹਦਾ ਮਤਲਬ ਇਹ ਹੈ ਕਿ ਸੱਟ ਜਿੰਨੀ ਮਾਮੂਲੀ ਦੱਸੀ ਗਈ ਸ਼ੁਰੂਆਤ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਤਾਂ ਉਨੀ ਸੱਟ ਮਾਮੂਲੀ ਨਹੀਂ ਸੀ, ਜੀ ਕਿਉਂਕਿ ਗੁਰਪ੍ਰੀਤ ਅੱਜ ਉੱਥੋਂ ਜਿਹੜੀਆਂ ਖਬਰਾਂ ਨਿਕਲੀਆਂ ਨੇ ਤਾਂ ਦੱਸਿਆ ਗਿਆ ਕਿ 5 ਤੋਂ 6 ਸੈਂਟੀਮੀਟਰ ਦਾ ਜ਼ਖਮ ਸੀ ਜੀ ਤੇ ਕਾਫੀ ਟਾਂਕੇ ਲੱਗੇ। ਟਾਂਕਿਆਂ ਦੀ ਐਗਜ਼ੈਕਟ ਗਿਣਤੀ ਅਸੀਂ ਇਸ ਕਰਕੇ ਨਹੀਂ ਦੱਸ ਰਹੇ ਕਿਉਂਕਿ ਹੁਣ ਆਪਾਂ ਕਿਹੜਾ ਕੋਈ ਮੈਡੀਕਲ ਕੋਈ ਪੱਤਰ ਪੜ੍ਹਿਆ, ਕੋਈ ਦਸਤਾਵੇਜ਼ ਪੜ੍ਹਿਆ ਜਾਂ ਆਪਾਂ ਕੋਲ ਸੀਗੇ, ਜੀ ਤਾਂ ਇਸ ਕਰਕੇ ਜੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਮੈਦਾਨਤਾ 'ਚ ਤਾਂ ਹੋ ਸਕਦਾ ਹੈ ਕਿ ਨਵੇਂ ਸਿਰੇ ਤੋਂ ਇਲਾਜ ਸਟਾਰਟ ਹੋਵੇ, ਕੋਈ ਉਹਨਾਂ ਨੂੰ ਜੀ ਲੱਗ ਰਿਹਾ ਹੋਵੇ। ਤੇ ਇਸ ਤੋਂ ਇਲਾਵਾ ਜਿਹੜੀ ਗੱਲ ਵੇਖਣ ਵਾਲੀ ਆ ਉਹ ਇਹ ਆ ਕਿ ਗੁਰਪ੍ਰੀਤ ਜਿਹੜਾ ਹਮਲਾਵਰ ਸੀਗਾ ਜਸਪਾਲ ਸਿੰਘ, ਹੁਣੇ ਖਬਰ ਆਈ ਆ ਕਿ ਉਹਨੂੰ 11 ਰੋਜ਼ਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਬਹੁਤ ਵੱਡਾ ਰਿਮਾਂਡ ਹੈ ਜੇ ਤੁਸੀਂ ਜੀ ਦੇਖੋਗੇ। ਆਮ ਤੌਰ ਤੇ ਕਿਸੇ ਇਸ ਤਰ੍ਹਾਂ ਦੇ ਜਾਨਲੇਵਾ ਹਮਲੇ 'ਚ ਏਡਾ ਵੱਡਾ ਰਿਮਾਂਡ ਤਦੇ ਹੀ ਲਿਆ ਜਾਂਦਾ ਹੈ ਜਦੋਂ ਏਜੰਸੀਆਂ ਨੇ ਬਹੁਤ ਲੰਮੀ ਚੌੜੀ ਇੰਟਰੋਗੇਸ਼ਨ ਕਰਨੀ ਹੋਵੇ। ਤਾਂ ਗੱਲ ਇਹ ਆ ਕਿ ਹੁਣ ਇੱਕੋ ਗੱਲ ਹੈ ਕਿਉਂਕਿ ਮੀਡੀਆ ਰਿਪੋਰਟਾਂ ਵੀ ਕਹਿ ਰਹੀਆਂ ਨੇ ਕਿ ਜਸਪਾਲ ਸਿੰਘ ਦਾ ਇਹ ਕਹਿਣਾ ਹੈ ਕਿ ਉਸਨੇ ਕਿਸੇ ਦੇ ਕਹਿਣ ਤੇ ਕੁਝ ਨਹੀਂ ਕੀਤਾ, ਬਸ ਜੋ ਵਾਹਿਗੁਰੂ ਨੇ ਹੁਕਮ ਦਿੱਤਾ ਮੈਂ ਕੀਤਾ। ਉਹਨਾਂ ਦੇ ਜੀ ਕਹਿਣ ਦਾ ਮਤਲਬ ਹੈ, ਪਰ ਕਾਨੂੰਨ ਤੇ ਨਹੀਂ ਨਾ ਇਹ ਚੀਜ਼ ਮੰਨਦਾ। ਕਾਨੂੰਨ ਨੇ ਤੇ ਬਰੀਕੀ ਨਾਲ ਦੇਖਣਾ, ਪੁਲਿਸ ਨੇ ਤਾਂ ਦੇਖਣਾ ਹੈ ਕਿ ਕੋਈ ਹੋਰ ਬੰਦਾ ਤੇ ਨਹੀਂ ਸ਼ਾਮਲ ਇਹਦੇ 'ਚ। ਹੁਣ ਜੀ ਜਸਪਾਲ ਸਿੰਘ ਬਾਰੇ ਜਿੰਨਾ ਕੁ ਪਤਾ ਲੱਗ ਰਿਹਾ ਗੁਰਪ੍ਰੀਤ, ਉਹ ਇਹ ਆ ਕਿ ਜਸਪਾਲ ਸਿੰਘ ਪਹਿਲਾਂ ਵਕਾਲਤ ਦੀ ਪੜ੍ਹਾਈ ਵੀ ਕਰ ਚੁੱਕਾ ਹੈ, ਫਿਰ ਇਸ ਤੋਂ ਇਲਾਵਾ ਇਸਨੇ ਇੱਕ ਛੋਟਾ ਜਿਹਾ ਅਖਬਾਰ ਕੱਢਣਾ ਵੀ ਸ਼ੁਰੂ ਕੀਤਾ, ਜੀ ਫਿਰ ਸਨੈਕਸ ਦੀ ਦੁਕਾਨ ਵੀ ਕੀਤੀ। ਜਸਪਾਲ ਸਿੰਘ ਦੀ ਸੁਪਤਨੀ ਇੱਕ ਅੰਗਰੇਜ਼ੀ ਮੀਡੀਅਮ ਸਕੂਲ ਦੇ ਵਿੱਚ ਟੀਚਰ ਹੈ ਤੇ ਇਹ ਪਿਛਲੇ 2 ਸਾਲ ਤੋਂ ਇੱਥੇ ਰਹਿ ਰਿਹਾ ਸੀਗਾ। ਤਾਂ ਗੱਲ ਇਹ ਆ ਕਿ ਜਿੰਨੀ ਵੀ ਹੁਣ ਤੱਕ ਪੁੱਛਗਿੱਛ ਹੋਈ ਆ, ਜਿੰਨੀਆਂ ਵੀ ਗੱਲਾਂ ਬਾਤਾਂ ਆਪਾਂ ਮੀਡੀਆ ਦੇ ਰਾਹੀਂ ਜਾਣ ਰਹੇ ਆ, ਸੁਣ ਰਹੇ ਆ, ਜਿੰਨੀਆਂ ਕੋ ਆਪਣੇ ਤੱਕ ਅੱਪੜ ਰਹੀਆਂ ਨੇ ਗੁਰਪ੍ਰੀਤ, ਤਾਂ ਜਿਹੜੀਆਂ ਸ਼ੰਕਾਵਾਂ ਨੇ, ਜਿਹੜੇ ਕਿਤੇ ਨਾ ਕਿਤੇ ਸਵਾਲ ਨੇ ਕਿ ਕੋਈ ਹੋਰ ਬੰਦਾ ਸ਼ਾਮਲ ਤੇ ਨਹੀਂ, ਪਰ ਫਿਲਹਾਲ ਆਪਾਂ ਕਹਿ ਲਈਏ ਕਿ ਪੁਲਿਸ ਕਿਤੇ ਵੀ ਉਹਦੀ ਸ਼ਾਦੀ ਪਰ ਦੀ ਨਜ਼ਰ ਨਹੀਂ ਆ ਰਹੀ। ਇੱਧਰ ਜੇ ਆਪਾਂ ਦੇਖੀਏ ਸਾਰੀਆਂ ਪਾਰਟੀਆਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਆ, ਚਾਹੇ ਗੜਗੱਜ ਸਾਹਿਬ ਹੋਣ, ਧਾਮੀ ਸਾਹਿਬ ਹੋਣ, ਧਾਰਮਿਕ ਤੌਰ ਤੇ ਗੌਹਰ ਸਾਹਿਬ ਹੋਣ, ਗਿਆਨੀ ਹਰਪ੍ਰੀਤ ਸਿੰਘ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਇਸ ਹਰੇਸ ਦੇ ਵਿੱਚ ਸ਼ਾਮਲ ਨੇ, ਉਹਨਾਂ ਨੇ ਵੀ ਨਿਖੇਧੀ ਕੀਤੀ ਆ। ਤਾਂ ਸੁਖਬੀਰ ਸਿੰਘ ਬਾਦਲ ਨੂੰ ਅੱਜ ਜਦੋਂ ਇੱਥੇ ਲਿਆਂਦਾ ਗਿਆ ਮੈਦਾਂਤਾ ਹਸਪਤਾਲ ਦੇ ਵਿੱਚ, ਤੇ ਤੁਸੀਂ ਦੇਖਿਆ ਹੋਣਾ ਗੱਡੀ ਡਰਾਈਵ ਮਜੀਠੀਆ ਕਰ ਰਹੇ ਸੀ, ਤਾਂ ਇਹਦਾ ਮਤਲਬ ਹੈ ਕਿ ਮਜੀਠੀਆ ਆਪਣੇ ਰਵੱਈਏ ਦੇ ਕੋਲ ਪਹੁੰਚ ਗਏ ਆ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਇਹਨਾਂ ਦਾ ਇਲਾਜ ਕਿੰਨਾ ਚੱਲਦਾ ਹੈ, ਕਿੰਨੀ ਦੇਰ ਜੀ ਚੱਲਦਾ ਹੈ। ਤੇ ਇੱਧਰ ਆਪਾਂ ਵੇਖੀਏ ਤੇ ਇਹਨਾਂ ਦੀਆਂ ਸਰਗਰਮੀਆਂ ਵੀ ਤਾਂ ਤੇਜ਼ ਨੇ ਨਾ। ਹੁਣ ਇਸ ਤੋਂ ਬਾਅਦ ਕੱਲ 15 ਅਗਸਤ ਹੈ, ਆ ਜਿਹੜੇ ਆਉਣ ਵਾਲੇ 10 ਦਿਨ ਆ ਇਹ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਤੇ ਕਾਂਗਰਸ ਦੋਨਾਂ ਵਾਸਤੇ ਕ੍ਰੂਸ਼ਲ ਹੋਣ ਜਾ ਰਹੇ ਆ। ਸ਼ਾਇਦ ਹੋ ਸਕਦਾ ਕਿ ਇਹਨਾਂ ਦਿਨਾਂ ਦੇ ਵਿੱਚ ਅਲਾਇੰਸ ਤੇ ਵੀ ਕੋਈ ਤਸਵੀਰ ਆਪਾਂ ਨੂੰ ਨਿਖਰ ਕੇ ਦਿਖਾਈ ਦੇਵੇ, ਤੇ ਜਾਂ ਕਾਂਗਰਸ ਦੇ ਲਿਹਾਜ਼ ਨਾਲ ਦੇਖੀਏ ਕਿ ਹੋ ਸਕਦਾ ਕਿ ਉੱਥੋਂ ਵੀ ਕੋਈ ਬਦਲਾਅ ਵੇਖਣ ਨੂੰ ਮਿਲ ਜਾਵੇ। ਜੀ ਇਸ ਤੋਂ ਅੱਗੇ ਜੇਕਰ ਤੁਰੀਏ ਤਾਂ ਉਧਰ ਹਰਿਆਣਾ 'ਚ ਕੱਲ ਜਿਹੜਾ ਵਬਾਲ ਹੋਇਆ ਸੀ, ਉਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਝੀਂਡਾ ਸਾਹਿਬ ਹੋਣਾ ਦੇ ਖਿਲਾਫ ਇੱਕ ਪਰਚਾ ਦਰਜ ਹੋ ਗਿਆ। ਦੇਖੋ ਇਹ ਮਾਮਲਾ ਬਹੁਤ ਜ਼ਿਆਦਾ ਅੱਗੇ ਵਧਾ ਦਿੱਤਾ ਪ੍ਰਸ਼ਾਸਨ ਨੇ, ਜਾਂ ਕਹੂੰਗਾ ਕਿ ਨਲਾਇਕ ਅਫਸਰਾਂ ਨੇ ਜਾਂ ਨਖਿੱਧ ਸਿਆਸਤਦਾਨਾਂ ਨੇ। ਜੀ ਗੱਲ ਇਹ ਹੈ ਕਿ ਕੱਲ ਜਦੋਂ ਆਪਾਂ ਇਸ ਵੇਲੇ ਖਬਰਾਂ ਕਰ ਰਹੇ ਸੀਗੇ ਤਾਂ ਉਸ ਵੇਲੇ ਲਗਭਗ ਕਹਿ ਲਓ ਕਿ ਉੱਥੇ ਬੜਾ ਭਿਆਨਕ ਲਾਠੀ ਚਾਰਜ ਚੱਲ ਰਿਹਾ ਸੀਗਾ, ਬੜਾ ਭਿਆਨਕ ਲਾਠੀ ਚਾਰਜ ਹੋਇਆ। ਪੁਲਿਸ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਕੁੱਟਿਆ, ਬਹੁਤ ਹੀ ਜ਼ਿਆਦਾ। ਜੀ ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਪੁਲਿਸ ਵਾਲੇ ਵੀ ਜ਼ਖਮੀ ਹੋਏ, ਇਧਰੋਂ ਜਿਹੜੇ ਸਿੱਖ ਪ੍ਰੋਟੈਸਟਰ ਸੀਗੇ ਉਹ ਵੀ ਜ਼ਖਮੀ ਹੋਏ। ਤਾਂ ਯਾਨੀ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸੱਟਾਂ ਫੇਟਾਂ ਦੋਵਾਂ ਧਿਰਾਂ ਦੇ ਲੱਗੀਆਂ। ਪਰ ਜੀ ਦਿਨ ਚੜ੍ਹਦੇ ਆ, ਜਦੋਂ ਰਾਤ ਨੂੰ ਜਿਹੜਾ 6-7 ਘੰਟੇ ਹਾਈਵੇ ਜਾਮ ਸੀਗਾ,
ਉਸ ਨੂੰ ਖਾਲੀ ਕਰਵਾ ਲਿਆ ਗਿਆ। ਤਾਂ ਤੜਕੇ ਇਹ ਖਬਰ ਆਉਂਦੀ ਹੈ ਕਿ ਗੁਰਸਿਮਰਨ ਸਿੰਘ ਮੰਡ ਦੇ ਖਿਲਾਫ FIR ਦਰਜ ਕਰ ਲਈ ਗਈ ਹੈ। ਉਸ ਜੀ FIR ਦੇ ਵਿੱਚ ਮੰਡ ਤੇ ਉਹਦਾ ਮੁੰਡਾ ਨਾਮਜ਼ਦ ਕੀਤੇ ਗਏ ਨੇ, ਗੁਰਪ੍ਰੀਤ। ਅੱਛਾ, ਇਹ ਬੜੀ ਕਹਿ ਲਓ ਕਿ ਮੈਨੂੰ ਵਿਚਿੱਤਰ ਗੱਲ ਜਾਪੀ ਕਿ ਭਾਈ ਜੇ ਤੁਸੀਂ ਮੰਡ ਤੇ ਮਾਮਲਾ ਦਰਜ ਕਰਨਾ ਸੀਗਾ, ਇਹੀ ਮੰਗ ਚੱਲ ਰਹੀ ਸੀ ਮੇਨਲੀ। ਦੂਜੀ ਮੰਗ ਇਹ ਆ ਕਿ ਜਿਹੜੇ ਬੰਦੇ ਇਹਦੀ ਕੁੱਟਮਾਰ ਦੇ ਦੋਸ਼ ਹੇਠ ਫੜੇ ਆ ਉਹਨਾਂ ਨੂੰ ਛੱਡਣ ਦੀ, ਤੇ ਉਹ ਮੰਗ ਤੇ ਆਪੇ ਨਾ ਬਣਦੀ ਜੇ ਮੰਨ ਲਓ ਪਹਿਲੇ ਦਿਨ ਤੁਸੀਂ ਇਹ ਕਾਰਵਾਈ ਕੀਤੀ ਹੁੰਦੀ। ਤੁਸੀਂ ਕਹਿੰਦੇ ਕਿ ਭਾਈ ਜੋ ਉਹਨੇ ਕੀਤਾ ਅਸੀਂ ਉਹਦੇ ਖਿਲਾਫ ਉਹ ਕਾਰਵਾਈ ਕਰ ਦਿੱਤੀ ਆ, ਜਿਹੜੀ ਤੁਹਾਡੇ ਤੇ ਕਾਰਵਾਈ ਬਣਦੀ ਆ ਅਸੀਂ ਕਰ ਦਿੱਤੀ ਆ। ਮਤਲਬ ਜੀ ਕਿ ਇਸ ਤਰ੍ਹਾਂ ਇੱਕ ਰਸਤਾ ਕੱਢਿਆ ਜਾ ਸਕਦਾ ਸੀ, ਇਸ ਤਰ੍ਹਾਂ ਇਸ ਵਿਵਾਦ ਤੋਂ, ਇਸ ਤਰ੍ਹਾਂ ਬਵਾਲ ਤੋਂ ਬਚਿਆ ਜਾ ਸਕਦਾ ਸੀਗਾ। ਪਰ ਹਰਿਆਣਾ ਪ੍ਰਸ਼ਾਸਨ ਨਾਕਾਮ ਰਿਹਾ ਇਸ ਚੀਜ਼ 'ਚ। ਦੂਜੇ ਪਾਸੇ ਮੈਂ ਇੱਕ SCPC ਨਹੀਂ, SCPC ਨਹੀਂ, ਹਰਿਆਣਾ ਸਿੱਖ ਕਮੇਟੀ ਕਹਿ ਲਓ, ਹਰਿਆਣਾ ਸਿੱਖ ਗੁਰਦੁਆਰਾ ਕਮੇਟੀ, ਉਧਰੋਂ ਇੱਕ ਸੁਣ ਰਿਹਾ ਸੀਗਾ, ਨਹੀਂ ਪੜ੍ਹ ਰਿਹਾ ਸੀਗਾ ਵਰਜ਼ਨ ਮੈਂ, ਕਿ ਉਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਭਾਈ ਸਾਡੀ ਗੱਲਬਾਤ CM ਹਾਊਸ ਦੇ ਵਿੱਚ ਹੋ ਰਹੀ ਸੀਗੀ, ਫਿਰ ਉਸ ਤੋਂ ਬਾਅਦ ਅਚਾਨਕ ਮਤਲਬ ਕਿ ਇਹਨਾਂ ਨੇ ਇਹ ਹਮਲਾ ਕਰ ਦਿੱਤਾ ਸਾਡੇ ਤੇ। ਪੁਲਿਸ ਵਾਲੇ ਕਹਿੰਦੇ ਨੇ ਕਿ ਜੀ ਕੁਝ ਗੱਲਬਾਤ ਤੇ ਚੱਲ ਰਹੀ ਸੀਗੀ ਤੇ ਸ਼ਰਾਰਤੀ ਤੱਤ ਜਿਹੜੇ ਸੀਗੇ ਉਹਨਾਂ ਨੇ ਗੈਸ ਦੇ ਜਿਹੜੇ ਉੱਥੇ ਟੈਂਕਰ ਖੜੇ ਸੀ ਉਹਨਾਂ ਦੇ ਨਾਲ ਸ਼ਰਾਰਤ ਕਰਨ ਦਾ ਯਤਨ ਕੀਤਾ, ਜਿੱਥੋਂ ਗੱਲ ਵੱਧ ਗਈ। ਤਾਂ ਇੱਧਰ ਇਹਨਾਂ ਨੇ ਆਪਣੇ ਜਿਹੜੇ ਇੰਜਰਡ ਪੁਲਿਸ ਅਧਿਕਾਰੀ ਆ, ਕਰਮਚਾਰੀ ਆ, ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀਆਂ ਵੀਡੀਓ ਵੀ ਜਾਰੀ ਕੀਤੀਆਂ। ਪਰ ਦੂਸਰੇ ਪਾਸੇ ਜਿਹੜੇ ਇੱਧਰ ਸਿੱਖ ਪ੍ਰੋਟੈਸਟਰ ਜਾਂ ਜਿਹੜੇ ਹੋਰ ਸਮਰਥਕ ਸੀ ਉਹ ਜ਼ਖਮੀ ਹੋਏ ਆ, ਤਾਂ ਉਹਨਾਂ ਦੀ ਕਵਰੇਜ ਬਹੁਤ ਘੱਟ ਦਿਖਾਈ ਜਾ ਰਹੀ ਹੈ। ਈਵਨ ਦੈਟ ਕਿ ਅੱਜ ਜੇ ਦੇਖੀਏ ਤਾਂ 2 ਥਾਣਿਆਂ ਦੇ ਵਿੱਚ 200 ਹੋਰ ਬੰਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ। ਇਹ ਬਹੁਤ ਵੱਡੀ ਗੱਲ ਆ। ਯਾਨੀ ਉਹ ਤਾਂ ਰਿਹਾਈ ਮੰਗ ਰਹੇ ਸੀਗੇ ਜਿਹੜੇ ਪਹਿਲਾਂ ਫੜੇ ਆ, ਤਾਂ 400 ਹੋਰ ਨਾਮਜ਼ਦ ਕਰ ਲਏ ਗਏ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਅੱਜ ਹਰਿਆਣਾ ਦੇ ਵਿੱਚ ਫਿਰ ਇਕੱਠ ਹੋਇਆ, ਇਕੱਤਰਤਾ ਹੋਈ ਹੈ। ਤਾਂ ਪਿਪਲੀ ਦੇ ਵਿੱਚ 15 ਅਗਸਤ ਤੇ ਇਕੱਠ ਸੱਦ ਲਿਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ 15 ਅਗਸਤ ਨਹੀਂ ਮਨਾਵਾਂਗੇ ਤੇ ਹੁਣ ਇਕੱਠ ਕਰਾਂਗੇ, ਫਿਰ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ। ਇੱਧਰ ਕੀ ਆ ਕਿ ਜਿਹੜੇ ਜਗਦੀਸ਼ ਸਿੰਘ ਝੀਂਡਾ ਨੇ, ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਉਹਨਾਂ ਨੇ ਕਿਹਾ ਕਿ ਮੈਂ ਸਾਰਾ ਮਾਮਲਾ ਅਕਾਲ ਤਖਤ ਤੇ ਲੈ ਕੇ ਜਾਵਾਂਗਾ। ਯਾਨੀ ਧਾਰਮਿਕ ਤੌਰ ਤੇ ਵੀ ਉਹਨਾਂ ਨੇ ਕਿਹਾ ਕਿ ਮੈਂ ਇਹ ਜਿਹੜੀ ਜਦੋਜਹਿਦ ਸ਼ੁਰੂ ਕੀਤੀ ਹੈ ਇਹ ਅੱਗੇ ਵਧਾਵਾਂਗਾ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਹਰਿਆਣਾ ਦੇ ਸਿੱਖ ਜਿਹੜੇ ਆ ਉਹ ਭਾਜਪਾ ਸਰਕਾਰ ਤੋਂ ਕਾਫੀ ਜ਼ਿਆਦਾ ਖਫਾ ਨੇ, ਕਾਫੀ ਜ਼ਿਆਦਾ ਨਾਖੁਸ਼ ਨੇ ਕਿ ਕਿਵੇਂ ਤੁਸੀਂ ਗੁਰਸਿਮਰਨ ਮੰਡ ਦੀ ਪਿੱਠ ਥਾਪੜੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਕਹਾਂਗਾ ਕਿ ਬੜੀ ਵੱਡੀ ਪ੍ਰਸ਼ਾਸਨ ਦੀ ਕਹਿ ਲਈਏ ਢਿੱਲ ਮੱਠ ਹੈ ਕਿ ਜਿਹਦੇ ਕਰਕੇ ਇੱਥੋਂ ਤੱਕ ਨੁਕਸਾਨ ਪਹੁੰਚਿਆ। ਤੁਸੀਂ ਉਹਦੇ ਤੇ ਮਾਮਲਾ ਜਿਹੜਾ ਬਣਦਾ ਸੀ ਜੇ ਸ਼ੁਰੂਆਤ 'ਚ ਹੀ ਕਰ ਦਿੰਦੇ ਤਾਂ ਸ਼ਾਇਦ ਇਹ ਬਵਾਲ, ਇਹ ਹਾ ਹੱਲਾ ਇਹਨਾਂ ਨਾ ਹੁੰਦਾ। ਜੀ ਅੱਗੇ ਇਸ ਤੋਂ ਚੱਲੀਏ ਤਾਂ ਹਵਾਰਾ ਹੋਣਾ ਦੇ ਹੱਕ ਦੇ ਵਿੱਚ ਜਿਹੜਾ ਕੱਲ ਪ੍ਰੋਟੈਸਟ ਹੋਣਾ, ਇੱਕ ਇਹ ਜਿਹੜਾ ਉੱਥੇ ਬਰੂਹਾਂ ਤੇ ਅੰਦੋਲਨ ਪ੍ਰਦਰਸ਼ਨ ਚੱਲ ਰਿਹਾ ਲੰਬੇ ਸਮੇਂ ਤੋਂ, ਉਸਨੇ ਕੱਲ ਦਾ ਵੈਸੇ ਵਕਤ ਦਿੱਤਾ ਹੋਇਆ ਸੀ। ਇਸ ਤੋਂ ਪਹਿਲਾਂ ਕੁਝ ਮੀਟਿੰਗਾਂ ਵੀ ਹੋਈਆਂ ਸੀ। ਅੱਜ ਮੈਂ ਹੁਣੇ ਦੇਖ ਰਿਹਾ ਸੀ ਇੱਕ ਹਵਾਰਾ ਹੋਣਾ ਦੀ ਹੀ ਵੀਡੀਓ ਵੀ ਚੱਲ ਰਹੀ ਹੈ, ਜਿਸ ਦੇ ਵਿੱਚ ਅਪੀਲ ਕਰ ਰਹੇ ਨੇ ਸਿੱਖ ਨੌਜਵਾਨਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਸ ਮਾਰਚ ਨੂੰ ਚਲਾਉਣਾ ਹੈ। ਇਹ ਸਾਰੇ ਮਾਰਚ ਨੇ ਵਕਤ ਪਾਇਆ ਹੋਇਆ ਜੀ, ਕਿਵੇਂ ਦਾ ਰਹੇਗਾ ਇਹ ਮਾਰਚ, ਕੀ ਰੂਪ ਰੇਖਾ ਹੈ ਤੇ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਸੀ ਪਹਿਲਾਂ? ਦੇਖੋ ਵੀਡੀਓ ਬੜੀ ਹੈਰਾਨਗੀ ਵਾਲੀ ਗੱਲ ਤੁਸੀਂ ਦੱਸ ਰਹੇ ਹੋ ਕਿ ਜੇਲ੍ਹ ਦੇ ਵਿੱਚੋਂ ਵੀਡੀਓ ਆ ਜਾਣੀ, ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਦੀ ਗੱਲ ਹੈ। ਸ਼ਾਇਦ ਇਹ ਥੋੜਾ ਜਿਹਾ ਜਾਂਚਣ ਪਰਖਣ ਦਾ ਵਿਸ਼ਾ ਹੈ। ਤੇ ਦੂਜੀ ਗੱਲ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਹੈ, ਚੰਡੀਗੜ੍ਹ ਪ੍ਰਸ਼ਾਸਨ ਨੇ ਤੇ ਇਹਦੇ ਲਈ ਪੈਰਾਮਿਲਟਰੀ ਟੁਕੜੀਆਂ ਬੁਲਾ ਲਈਆਂ ਸੀਗੀਆਂ ਕੱਲ ਤੱਕ। ਜੇ ਤੁਸੀਂ ਵੇਖੋਗੇ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਇਹਨਾਂ ਨੇ ਪਹਿਲਾਂ ਨਫਰੀ ਜਿਹੜੀ ਸੀਗੀ ਉਹ ਬੁਲਾਈ ਸੀ, ਫਿਰ ਪੈਰਾਮਿਲਟਰੀ ਟੁਕੜੀਆਂ ਬੁਲਾ ਲਈਆਂ। ਇੱਥੋਂ ਤੱਕ ਕਿ ਆਪਣੇ ਜਿਹੜੇ ਇਹਨਾਂ ਦੇ ਕਰਮਚਾਰੀ ਅਧਿਕਾਰੀ ਆ ਉਹਨਾਂ ਨੂੰ ਅਲਰਟ ਕੀਤਾ ਕਿ ਕਿਸੇ ਨੇ ਛੁੱਟੀ ਵਗੈਰਾ ਤੇ ਨਹੀਂ ਜਾਣਾ। ਯਾਨੀ ਬਹੁਤ ਤਿਆਰੀ ਆ। ਪੰਜਾਬ ਦੇ ਜਿਵੇਂ ਰੋਪੜ ਰੇਂਜ ਦੇ ਅਧਿਕਾਰੀ ਆ, ਮੋਹਾਲੀ ਦੇ ਆ ਜਾਂ ਪੰਚਕੂਲਾ ਦੇ, ਇਹਨਾਂ ਦੇ ਨਾਲ ਵੀ ਉਹ ਤਾਲਮੇਲ ਦੇ ਵਿੱਚ ਹੈਗੇ ਆ। ਤਾਂ ਦੇਖੋ ਇੱਧਰ ਹੁਣੇ ਮੈਂ ਖਬਰ ਦੇਖੀ ਸੀਗੀ ਕੁਝ ਮਿੰਟ ਪਹਿਲਾਂ ਆਪਣੇ ਚੱਲਦੇ ਪ੍ਰੋਗਰਾਮ 'ਚ ਕਿ ਇਹ ਵੀ ਇੱਕ ਖਬਰ PTC ਵਾਲੇ ਦੇ ਰਹੇ ਸਨ ਕਿ ਹਾਈ ਕੋਰਟ 'ਚ ਮਾਮਲਾ ਗਿਆ
ਤੇ ਹਾਈ ਕੋਰਟ ਨੇ ਜੋ ਪਟੀਸ਼ਨ ਕਰਤਾ ਸੀ ਕਿ ਇਸ ਮਾਰਚ ਨੂੰ ਰੋਕਿਆ ਜਾਵੇ, ਉਹਨਾਂ ਨੂੰ ਕਿਹਾ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨਾ ਸਭ ਦਾ ਅਧਿਕਾਰ ਹੈ, ਤੇ ਨਾਲ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਣ ਤੇ ਸ਼ਾਂਤੀ ਭੰਗ ਨਾ ਹੋਣ ਦੀ ਉਹਨਾਂ ਨੂੰ ਕਹਿ ਲਓ ਕਿ ਜ਼ਿੰਮੇਵਾਰੀ ਵੀ ਦਿੱਤੀ ਆ। ਇਹ ਜੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ। ਫਿਰ ਦੂਜੇ ਪਾਸੇ ਪਾਲ ਸਿੰਘ ਫਰਾਂਸ ਨੇ ਇਹ ਗੱਲ ਜਿਹੜੀ ਆ ਹੁਣ ਤੇ ਤਸਦੀਕ ਕਰ ਦਿੱਤੀ ਆ ਕਿ ਇੱਕ ਦਿਨ ਦੀ ਪੈਰੋਲ ਤੇ ਦਿੱਤੀ ਜਾ ਰਹੀ ਸੀ ਕਿ ਜਗਤਾਰ ਸਿੰਘ ਹਵਾਰਾ ਨੇ ਉਹ ਮਨਾ ਕਰ ਦਿੱਤਾ ਕਿ ਜੀ ਜੇ ਮੇਰੀ ਮਾਂ ਨੂੰ ਕੁਝ ਹੋ ਗਿਆ, ਮਾਤਾ ਜੀ ਨੂੰ ਕੁਝ ਹੋ ਗਿਆ, ਤਦ ਮੈਂ ਭਾਈ 10 ਦਿਨ ਦੀ ਵੀ ਪੈਰੋਲ ਨਹੀਂ ਲਵਾਂਗਾ, ਫਿਰ ਸਿੱਖ ਕੌਮ ਆਪੇ ਜਾਣੇ ਆਪੇ ਸੰਭਾਲੇ। ਤਾਂ ਯਾਨੀ ਸੁਣਨ ਦੇ ਵਿੱਚ ਇਹ ਵੀ ਆਇਆ, ਤੁਸੀਂ ਗੱਲਬਾਤ ਦਾ ਪੁੱਛਿਆ ਕਿ ਗੱਲਬਾਤ ਕਿਸ ਤਰ੍ਹਾਂ ਚੱਲ ਰਹੀ ਹੈ, ਤਾਂ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਗੁਰਪ੍ਰੀਤ ਕਿ ਕੁਝ ਗੱਲਬਾਤ ਜਿਹੜੀ ਉਹ ਚੱਲ ਰਹੀ ਆ, ਏਜੰਸੀਆਂ ਜਿਹੜੀਆਂ ਨੇ ਲਗਾਤਾਰ ਗੱਲਬਾਤ ਦੇ ਵਿੱਚ ਆ, ਰੂਪਰੇਖਾ ਉਲੀਕੀ ਵੀ ਜਾ ਰਹੀ ਆ। ਰਾਜਪਾਲ ਵੀ ਸਪਸ਼ਟ ਤੌਰ ਤੇ ਕਹਿ ਚੁੱਕੇ ਆ, ਪੰਜਾਬ ਸਰਕਾਰ ਤੋਂ ਵੀ ਸ਼ਾਇਦ ਐਨਓਸੀ ਜਿਹੜੀ ਆ ਉਹ ਮੰਗ ਲਈ ਗਈ ਸੀਗੀ, ਮੈਨੂੰ ਲੱਗਦਾ ਇਹਨਾਂ ਨੇ ਤੇ ਪ੍ਰੋਵਾਈਡ ਕਰ ਹੀ ਦੇਣੀ ਆ। ਤਾਂ ਹਿਲਜੁਲ ਤਾਂ ਹੈ ਕਿ ਹੁਣ 15 ਅਗਸਤ ਤੋਂ ਬਾਅਦ ਇਸ ਪੈਰੋਲ ਤੇ ਕੋਈ ਨਿਰਣਾ ਉਡੀਕੀਏ, ਇਹੀ ਵੱਡੀ ਗੱਲ ਹੈ ਨਾ, ਕਿਉਂਕਿ 15 ਅਗਸਤ ਦੇ ਮੱਦੇ ਨਜ਼ਰ ਤੇ ਇਸ ਵੇਲੇ ਤੁਹਾਨੂੰ ਪਤਾ ਹੀ ਆ ਸੰਵੇਦਨਸ਼ੀਲ ਹਾਲਾਤ ਹੁੰਦੇ ਆ, ਸੰਵੇਦਨਸ਼ੀਲ ਸਮਾਂ ਹੁੰਦਾ ਹੈ, ਪੁਲਿਸ ਵੀ ਬੜੇ ਅਲਰਟ ਮੋਡ ਤੇ ਹੁੰਦੀ ਹੈ। ਤਾਂ ਮੇਰੇ ਖਿਆਲ ਦੇ ਨਾਲ 15 ਅਗਸਤ ਲੰਘਣ ਤੋਂ ਬਾਅਦ ਹੀ ਕੋਈ ਆਪਾਂ ਇਹਦੇ ਤੇ ਆਖਰੀ ਨਿਰਣਾ ਦੇਖ ਸਕਦੇ ਹਾਂ। ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਪਲਾਟ ਮਾਮਲੇ 'ਚ ਈਡੀ ਦੀ ਸਖਤੀ ਨਜ਼ਰ ਆਈ ਹੈ। ਦੇਖੋ ਜਿਹੜਾ ਪਲਾਟ ਮਾਮਲਾ ਹੈ ਨਾ, ਪਲਾਟ ਵੰਡ ਮਾਮਲਾ, ਇਹ ਇਦਾਂ ਦਾ ਜਿਹੜਾ ਮਾਮਲਾ ਸੀ, ਇੱਕ ਅਰੋੜਾ ਸਾਹਿਬ ਨਾਲ ਵੀ ਜੁੜਿਆ ਸੀ, ਤੁਹਾਨੂੰ ਯਾਦ ਹੋਣਾ ਕਿ ਉਹਨਾਂ ਨੂੰ ਭਲਿਆਂ ਵੇਲਿਆਂ ਦੇ ਵਿੱਚ ਇੱਕ ਪਲਾਟ ਦਿੱਤਾ ਗਿਆ ਉਦਯੋਗਿਕ ਯੂਨਿਟ ਲਾਉਣ ਵਾਸਤੇ ਜਾਂ ਉਦਯੋਗ ਲਾਉਣ ਵਾਸਤੇ, ਤਾਂ ਪਰ ਉਹਨਾਂ ਨੇ ਉਸ ਨੂੰ ਸਮਾਂ ਪਾ ਕੇ ਰੈਜ਼ੀਡੈਂਸ਼ੀਅਲ ਕਰ ਲਿਆ ਤੇ ਅੱਜ ਉਹਦੀ ਕੀਮਤ ਬਹੁਤ ਵੱਡੀ ਆ, ਜਦ ਕਿ ਬੇਅੰਤ ਸਿੰਘ ਸਰਕਾਰ ਵੇਲੇ ਉਹ ਕਿਸਾਨਾਂ ਤੋਂ ਕੌਡੀਆਂ ਦੇ ਮੁੱਲ ਹਾਸਲ ਕੀਤਾ ਗਿਆ ਸੀਗਾ। ਤਾਂ ਇਸੇ ਤਰ੍ਹਾਂ ਦਾ ਮਾਮਲਾ ਫਿਰ ਤੁਹਾਨੂੰ ਯਾਦ ਹੋਣਾ ਇੱਕ ਕਾਂਗਰਸ ਰਾਜ ਦੇ ਵਿੱਚ ਵੀ ਬੜਾ ਵਿਵਾਦਤ ਰਿਹਾ, ਜਿਹਦੇ ਵਿੱਚ ਇੱਕ ਮੰਤਰੀ ਨੂੰ ਮੁੜ ਕੇ ਜੇਲ੍ਹ ਦੀ ਦਾਲ ਵੀ ਪੀਣੀ ਪਈ ਸੀਗੀ ਸਾਬਕਾ ਹੋਣ ਤੇ। ਇਧਰੋਂ ਜੇ ਹੁਣ ਤੁਸੀਂ ਵੇਖੋਗੇ ਤਾਂ ਇੱਥੇ ਕਿਉਂਕਿ ਈਡੀ ਨੇ ਕੁਝ ਦਿਨ ਪਹਿਲਾਂ ਛਾਪੇਮਾਰੀ ਕੀਤੀ ਸੀਗੀ, ਪਹਿਲਾਂ ਤੇ ਨੋਟਾਂ ਵਾਲਾ ਬੈਗ ਜਿਹੜਾ ਉੱਤੋਂ ਡਿੱਗਿਆ ਉਹਦਾ ਮਸਲਾ ਹੋਇਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕੁਝ ਬਿਲਡਰਸ, ਕੁਝ ਰੀਅਲ ਐਸਟੇਟ ਦੇ ਕਾਰੋਬਾਰੀ ਵਗੈਰਾ ਜਿਹੜੇ ਸੀਗੇ ਉਹ ਨਪੜੇ ਸੀਗੇ। ਉਸ ਤੋਂ ਬਾਅਦ ਹੁਣ ਕੀ ਆ ਕਿ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਉਦਯੋਗ ਭਵਨ ਦੇ ਵਿੱਚ ਐਂਟਰੀ ਲਈ ਈਡੀ ਵਾਲਿਆਂ ਨੇ। ਉਸ ਤੋਂ ਬਾਅਦ ਜੇ ਆਪਾਂ ਵੇਖੀਏ ਤਾਂ ਕੁਝ ਹੋਰ ਥਾਵਾਂ ਤੇ ਵੀ ਛਾਪੇਮਾਰੀ ਹੋਈ, ਕੁੱਲ 11 ਥਾਵਾਂ ਤੇ ਛਾਪੇਮਾਰੀ ਸੀ। ਆਪਾਂ ਕੱਲ ਵੀ ਇਹ ਗੱਲ ਕਰਦੇ ਰਹੇ ਸੀਗੇ। ਤਾਂ ਅੰਮ੍ਰਿਤਸਰ, ਗੁਰਦਾਸਪੁਰ, ਚੰਡੀਗੜ੍ਹ, ਇਹ ਇਹਨਾਂ ਦਾ ਦਾਇਰਾ ਸੀ, ਵਿਸ਼ਾਲ ਦਾਇਰਾ ਸੀਗਾ। ਹੁਣ ਇਹਦੇ ਵਿੱਚ ਸਾਹਮਣੇ ਆਇਆ ਕਿ ਉਹਨਾਂ ਲੋਕਾਂ ਨੂੰ ਵੀ ਪਲਾਟ ਅਲਾਟ ਕਰ ਦਿੱਤੇ ਗਏ ਜਿਨ੍ਹਾਂ ਨੂੰ ਤਕਨੀਕੀ ਉਦਯੋਗਾਂ ਦੀ ਜਾਣਕਾਰੀ ਨਹੀਂ ਸੀ। ਲੋਕਾਂ ਨੇ ਪਲਾਟਾਂ ਲਈ ਅਰਜ਼ੀਆਂ ਦਿੰਦੇ ਸਮੇਂ ਝੂਠੀਆਂ ਫਰਮਾਂ ਤੇ ਝੂਠੇ ਪਤਿਆਂ ਦੀ ਵਰਤੋਂ ਕੀਤੀ। ਜਾਂਚ ਏਜੰਸੀ ਨੂੰ ਸ਼ੱਕ ਆ ਕਿ ਜੋ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਆ, ਉਹਦੇ ਅਧਿਕਾਰੀਆਂ ਦੇ ਨਾਲ ਨੇੜਤਾ ਦੇ ਸਬੰਧਾਂ ਦੇ ਕਰਕੇ ਇਹ ਸਾਰਾ ਕੁਝ ਹੋਇਆ। ਇਸ ਦੇ ਨਾਲ ਹੀ ਕਈ ਸਾਲਾਂ ਤੱਕ ਕਬਜ਼ਾ ਨਿਰਧਾਰਤ ਸਮੇਂ ਨੂੰ ਟਾਲਿਆ ਗਿਆ ਤੇ ਇਸ ਦੌਰਾਨ ਦੀ ਮਿਆਦ ਨੂੰ ਕਾਗਜ਼ਾਂ 'ਚ ਜ਼ੀਰੋ ਪੀਰੀਅਡ ਮੰਨਦੇ ਹੋਏ ਅਲਾਟ ਦੀ ਤਰੀਕ ਨੂੰ ਵੀ ਕਈ ਸਾਲ ਅੱਗੇ ਵਧਾ ਦਿੱਤਾ ਜਾਂਦਾ ਸੀ। ਇਸ ਕਾਰਨ ਇਸ ਮਿਆਦ ਦੇ ਭੁਗਤਾਨ ਤੇ ਵਿਆਜ ਹੀ ਨਹੀਂ ਦੇਣਾ ਪੈਂਦਾ ਸੀਗਾ। ਯਾਨੀ ਤਗੜੀਆਂ ਗੇਮਾਂ ਲੱਗ ਰਹੀਆਂ ਸੀਗੀਆਂ ਜੀ। ਤੇ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਗੈਰ ਕਾਨੂੰਨੀ ਅਲਾਟਮੈਂਟ ਬਦਲੇ ਅਧਿਕਾਰੀਆਂ ਨਾਲ ਪੈਸਿਆਂ ਦਾ ਲੈਣ ਦੇਣ ਵੀ ਹੋਇਆ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਗੁਰਪ੍ਰੀਤ ਕਿ ਹੁਣ ਸਕੰਜਾ ਕੱਸਦਾ ਜਾ ਰਿਹਾ ਹੈ। ਆਪਾਂ ਅੱਗੇ ਈਡੀ ਦੇ ਪੱਤਰ ਦੀ ਗੱਲ ਕੀਤੀ ਕਿ ਉਹਦੇ ਵਿੱਚ ਸਿੱਧਮ ਸਿੱਧਾ ਭਗਵੰਤ ਮਾਨ ਘਿਰ ਗਏ। ਹੁਣ ਇਹਦੇ ਵਿੱਚ ਵੀ ਜੇ ਤੁਸੀਂ ਵੇਖੋਗੇ, ਅਮਨ ਅਰੋੜਾ ਦਾ ਪਹਿਲਾਂ ਜ਼ਿਕਰ ਆਇਆ ਸੀ। ਅਮਨ ਅਰੋੜਾ ਕਿਸੇ ਟਾਈਮ ਉਦਯੋਗ ਮੰਤਰੀ ਰਹੇ ਆ, ਇਹ ਮਾਮਲਾ ਉਦਯੋਗ ਮੰਤਰਾਲੇ ਨਾਲ ਜੁੜਦਾ ਹੈ। ਤਾਂ ਕਹਿ ਸਕਦੇ ਹਾਂ ਆਪਾਂ ਕਿ ਇਹਨਾਂ ਨੂੰ ਸੁੱਖ ਦਾ ਸਾਹ ਈਡੀ ਜਿਹੜੀ ਆ ਉਹ ਨਹੀਂ ਆਉਣ ਦੇ ਰਹੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਈਡੀ ਇਹਨਾਂ ਨੂੰ ਕਾਫੀ ਖਪਾਏਗੀ ਜੀ। ਜੀ
ਤੇ ਇਸ ਤੋਂ ਅੱਗੇ ਵਧੀਏ ਤਾਂ ਉਧਰ ਪਟਿਆਲੇ ਦੀ ਸ਼ਾਇਦ ਇਹ ਘਟਨਾ ਸੀ, ਜਦੋਂ ਇੱਕ ਪ੍ਰਾਪਰਟੀ ਡੀਲਰ ਕਿਸੇ ਨੂੰ ਪ੍ਰਾਪਰਟੀ ਦਿਖਾਉਣ ਲਈ ਲੈ ਕੇ ਜਾਂਦਾ ਹੈ ਤੇ ਦਰਵਾਜ਼ਾ ਖੋਲ੍ਹਦਿਆਂ ਹੀ ਅੰਦਰੋਂ ਪਿਟਬੁਲ ਨਸਲ ਦਾ ਜਿਹੜਾ ਕੁੱਤਾ ਉਹ ਪੈ ਜਾਂਦਾ ਹੈ ਉਹ ਦੇਖਣ ਆਏ ਹੋਏ ਲੋਕਾਂ ਨੂੰ। ਤੇ ਉਹ ਬੜੀ ਵੀਡੀਓ ਖਾਸੀ ਵਾਇਰਲ ਹੋ ਰਹੀ ਸੀ। ਹੁਣ ਆਖਿਰਕਾਰ ਕਹਿੰਦੇ ਵੀ ਮਾਲਕ ਗ੍ਰਿਫਤਾਰ ਕਰ ਲਿਆ ਗਿਆ ਉਸ ਕੁੱਤੇ ਦਾ। ਦੇਖੋ, ਗ੍ਰਿਫਤਾਰ ਕੀਤਾ ਹੀ ਨਹੀਂ ਗਿਆ, ਬਲਕਿ ਉਸ ਨੂੰ ਮੁੜ ਕੇ ਜ਼ਮਾਨਤ ਵੀ ਮਿਲ ਗਈ ਹੈ ਜੀ। ਜ਼ਮਾਨਤ ਵੀ ਮਿਲ ਗਈ ਹੈ ਕਿਉਂਕਿ ਇਹ ਬੇਲੇਬਲ ਆਫੈਂਸ ਸੀ। ਪਰ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਗੁਰਪ੍ਰੀਤ, ਉਹ ਪਟਿਆਲੇ ਦਾ ਇੱਕ ਇਲਾਕਾ ਹੈ ਘੁੰਮਣ ਨਗਰ, ਜਿੱਥੇ ਇਹ ਜੋੜਾ ਕਿਰਾਏ ਦਾ ਮਕਾਨ ਵੇਖਣ ਵਾਸਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਗੇਟ ਦੇ ਵਿੱਚੋਂ ਇਹ ਪਿਟਬੁਲ, ਜਿਹੜਾ ਜਾਨਲੇਵਾ ਪਿਟਬੁਲ ਹੀ ਕਹਿ ਸਕਦੇ ਆ ਕਿ ਇਹ ਨਿਕਲਦਾ ਤੇ ਉਸ ਤੋਂ ਬਾਅਦ ਬਹੁਤ ਬੁਰੀ ਕਰਦਾ ਜੋੜੇ ਦੇ ਨਾਲ, ਕਈ ਥਾਈਂ ਬੁਰਕ ਭਰ ਲੈਂਦਾ। ਉਸ ਤੋਂ ਬਾਅਦ ਵੀਡੀਓ ਦਾ ਇੱਕ ਹਿੱਸਾ ਉਹ ਵੀ ਆ ਜਿਹਦੇ ਚ ਲੋਕ ਡਾਂਗਾ ਸੋਟੇ ਲੈ ਕੇ ਆਉਂਦੇ ਆ, ਮਸਾ ਇਹਨੂੰ ਤੋੜਦੇ ਆ ਨਾਲ ਡਾਂਗਾ ਮਾਰ ਕੇ। ਤਾਂ ਯਾਨੀ ਇਹ ਖੂੰਖਾਰ ਹੋਇਆ ਕੁੱਤਾ ਤੇ ਭਾਈ ਇਦਾਂ ਲੱਗਦਾ ਸੀ ਕਿ ਮਾਰਨ ਤੇ ਹੀ ਮਾਤਾ ਹੋ ਗਿਆ ਗੁਰਪ੍ਰੀਤ। ਇਸ ਤੋਂ ਬਾਅਦ ਪੂਰੇ ਇੰਡੀਆ 'ਚ ਵੀਡੀਓ ਸਰਕੂਲੇਟ ਹੋਇਆ, ਇਹ ਇਕੱਲਾ ਕੋਈ ਪੰਜਾਬ ਪੱਧਰ ਦਾ ਨਹੀਂ, ਬਹੁਤ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ, ਬਹੁਤ ਓਪੀਨੀਅਨ ਆਏ, ਪਰ ਲੋਕਾਂ ਦੇ ਵਿੱਚ ਰੋਸ ਸੀਗਾ ਕਿ ਭਾਈ ਜੇ ਤੁਸੀਂ ਇਸ ਤਰ੍ਹਾਂ ਦੇ ਕੁੱਤੇ ਰੱਖਨੇ ਹੋ ਤਾਂ ਫਿਰ ਇਹਨਾਂ ਦੀ ਸਾਂਭ ਸੰਭਾਲ ਜ਼ਰੂਰੀ ਆ। ਔਰ ਪੰਜਾਬ ਦੇ ਵਿੱਚ ਮੈਂ ਅੱਜ ਅੰਕੜਾ ਵੀ ਦਿੱਤਾ ਸੀਗਾ, ਜੇ ਤੁਹਾਡੀ ਦ੍ਰਿਸ਼ਟੀ ਗੋਚਰ ਮੈਂ ਕਰਨਾ ਚਾਹਾਂ ਤਾਂ ਉਹ ਇਹ ਹੈ ਕਿ ਬਈ ਲੱਖਾਂ ਬਾਈਟਸ ਨੇ, ਲੱਖਾਂ ਡੌਗ ਬਾਈਟਸ ਦੇ ਮਾਮਲੇ ਆ ਸਾਲ ਦੇ ਵਿੱਚ। ਪਿਛਲੇ ਸਾਲ ਦਾ ਡਾਟਾ ਜੀ ਤੁਸੀਂ ਕੱਢ ਕੇ ਦੇਖੋਗੇ ਤਾਂ ਬਹੁਤ ਵੱਡੇ ਪੱਧਰ ਤੇ ਤਕਰੀਬਨ ਜੇ ਵੇਖੀਏ ਤਾਂ 3.25 ਲੱਖ ਲੋਕਾਂ ਨੂੰ 2025 ਚ ਕੁੱਤਿਆਂ ਨੇ ਵੱਢਿਆ। ਰੋਜ਼ਾਨਾ ਔਸਤਨ 915 ਮਾਮਲੇ ਦਰਜ ਕੀਤੇ ਗਏ। ਇੱਥੋਂ ਤੱਕ ਕਿ ਜਿਹੜੇ ਪਟਿਆਲੇ ਦੀ ਘਟਨਾ, ਜਿੱਥੋਂ ਸਿਹਤ ਮੰਤਰੀ ਡਾਕਟਰ ਬਲਵੀਰ ਬਿਲੋਂਗ ਕਰਦੇ ਆ, ਤਾਂ ਉਹਨਾਂ ਦੇ ਆਪਣੇ ਪਟਿਆਲਾ ਜ਼ਿਲ੍ਹਾ ਦੇ ਅੰਦਰ 26,194 ਕੁੱਤੇ ਦੇ ਵੱਢਣ ਦੇ ਮਾਮਲੇ ਦਰਜ ਹੋਏ। 2026 ਦੇ ਮਾਰਚ ਤੱਕ ਹੀ ਤੁਸੀਂ ਵੇਖੋਗੇ ਤਾਂ 50,000 ਮਾਮਲੇ ਪੰਜਾਬ 'ਚ ਦਰਜ ਹੋ ਚੁੱਕੇ ਆ। ਯਾਨੀ ਜਿਹੜੇ ਸਟਰੇ ਡੌਗ ਹੈ ਗੁਰਪ੍ਰੀਤ, ਜਾਂ ਏਦਾਂ ਪਾਲਤੂ ਕੁੱਤੇ ਆ, ਬਹੁਤ ਵੱਡੀ ਜੇ ਕਹਿ ਲਈਏ ਕਿ ਡੌਗ ਬਾਈਟਸ ਦੀ ਸਮੱਸਿਆ ਹੈ ਇਸ ਵੇਲੇ ਪੰਜਾਬ 'ਚ। ਤਾਂ ਇੱਧਰ ਜੇ ਇਹੋ ਜਿਹੇ ਖੂੰਖਾਰ ਕੁੱਤਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਓਨਟਾਰੀਓ 'ਚ ਤਾਂ ਮੈਨੂੰ ਲੱਗਦਾ ਜਿਹੜਾ ਪਿਟਬੁਲ ਹੈ ਇਹ ਬੈਨ ਹੈ, ਤੇ 74 ਦੇਸ਼ ਐਸੇ ਨੇ ਪੂਰੀ ਦੁਨੀਆ 'ਚ ਗੁਰਪ੍ਰੀਤ, ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਖੂੰਖਾਰ ਕੁੱਤੇ ਦੀਆਂ ਪ੍ਰਜਾਤੀਆਂ ਜਿਹੜੀਆਂ ਨੇ ਉਹਨਾਂ ਨੂੰ ਰੈਗੂਲੇਟ ਕੀਤਾ ਗਿਆ। ਸਾਡੇ ਇੱਥੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹਲੇ ਹੈ ਨਹੀਂ, ਹਾਲਾਂਕਿ ਰਜਿਸਟ੍ਰੇਸ਼ਨ ਬਾਰੇ ਕਿਹਾ ਜਾਂਦਾ, ਵਾਰ-ਵਾਰ ਸੁਪਰੀਮ ਕੋਰਟ ਹਦਾਇਤਾਂ ਵੀ ਦਿੰਦਾ, ਪਰ ਸਾਡੇ ਇੱਥੇ ਤੁਹਾਨੂੰ ਪਤਾ ਕਿ ਅਮਲ ਨਹੀਂ ਕੀਤਾ ਜਾਂਦਾ ਇਹਨਾਂ ਚੀਜ਼ਾਂ ਤੇ। ਜੀ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।